Hello everyone, myself Manpreet and most welcome to your own channel Nursing Scoop। सो ਅੱਜ ਦੀ ਜੋ ਵੀਡੀਓ ਹੈਗੀ ਆ ਉਹਨਾਂ ਸਟੂਡੈਂਟਸ ਲਈ ਹੈ ਜਿਹੜੇ ਬਾਬਾ ਫਰੀਦ ਯੂਨੀਵਰਸਿਟੀ ਦੇ ਐਗਜ਼ਾਮ ਲਈ ਅਪੀਅਰ ਹੋ ਰਹੇ ਆ। ਐਗਜ਼ਾਮ ਹੈਗਾ ਹੈ ਪੋਸਟ ਬੇਸਿਕ BSc ਨਰਸਿੰਗ ਦਾ ਐਂਟਰੈਂਸ ਐਗਜ਼ਾਮ ਆ। ਸੋ ਉਸ ਐਗਜ਼ਾਮ ਦੇ ਲਈ ਜਿੰਨੇ ਵੀ ਇੰਪੋਰਟੈਂਟ ਸਾਈਕੈਟ੍ਰਿਕ ਨਰਸਿੰਗ ਦੇ ਕਨਸੈਪਟਸ ਹੈਗੇ ਆ ਉਹ ਆਪਾਂ ਕਲੀਅਰ ਕਰਾਂਗੇ ਸਭ ਤੋਂ ਪਹਿਲਾਂ। ਔਰ ਅੱਜ ਦੀ ਇੱਕ ਇਹ ਵੀਡੀਓ ਹੋਊਗੀ, ਇੱਕ ਮੈਂ ਸੈਕਿੰਡ ਪਾਰਟ ਹੋਰ ਬਣਾਉਂਗੀ ਜਿਹਦੇ ਵਿੱਚ ਇੰਪੋਰਟੈਂਟ ਪੁਆਇੰਟਰਸ ਹੋਣਗੇ। ਇਸ ਵੀਡੀਓ ਦੇ ਵਿੱਚ ਇੰਪੋਰਟੈਂਟ ਕਨਸੈਪਟਸ ਆ। ਸੋ ਇਹਦੇ ਨਾਲ ਆਪਾਂ ਜੋ ਸਟਾਫ ਨਰਸਿਸ ਦੇ ਐਗਜ਼ਾਮ ਦੇ ਵਿੱਚ ਸਾਈਕੈਟਰੀ ਨਾਲ ਰਿਲੇਟਡ ਕੁਐਸਚਨ ਸੀਗੇ ਉਹ ਵੀ ਆਪਾਂ ਥੋੜੇ ਦੇਖ ਲਵਾਂਗੇ। ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਐਂਡ ਡੈਫੀਨੇਟਲੀ ਤੁਹਾਨੂੰ ਫਾਇਦਾ ਹੋਊਗਾ ਐਗਜ਼ਾਮ ਦੀ ਪ੍ਰੈਪਰੇਸ਼ਨ ਦੇ ਵਿੱਚ। ਐਂਡ there is a one request from my side, if you have not subscribed the channel till now so please subscribe the channel। ਉਹਦੇ ਨਾਲ ਕੀ ਹੋਊਗਾ, ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲੂਗੀ ਜਦ ਵੀ ਕੋਈ ਵੀਡੀਓ ਅਪਲੋਡ ਹੋਊਗੀ। ਐਂਡ ਇੱਕ ਗੱਲ ਹੋਰ ਹੈ ਕਿ ਜੇ ਤੁਹਾਨੂੰ ਵੀਡੀਓਜ਼ ਚੰਗੀਆਂ ਲੱਗਦੀਆਂ ਤਾਂ ਪਲੀਜ਼ ਵੀਡੀਓਜ਼ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਆ ਕਰੋ, ਠੀਕ ਹੈ। ਆਪਣੀ ਫੀਡਬੈਕ ਪ੍ਰੋਵਾਈਡ ਕਰਿਆ ਕਰੋ। ਵਿਦਆਊਟ ਫੀਡਬੈਕ ਫਿਰ ਮੈਨੂੰ ਅੱਗੇ ਪਤਾ ਨਹੀਂ ਚੱਲਦਾ ਹੈ ਨਾ ਵੀਡੀਓਜ਼ ਦਾ ਕਿ ਮੈਂ ਕਿੱਦਾਂ ਦਾ ਕੰਟੈਂਟ ਲੈ ਕੇ ਆਵਾਂ, ਹੋਰ ਕੀ ਕਰਾਂ, ਹੈ ਨਾ। ਸੋ ਉਸ ਵਾਸਤੇ ਆਪਣੀ ਫੀਡਬੈਕ ਜ਼ਰੂਰ ਪ੍ਰੋਵਾਈਡ ਕਰਿਆ ਕਰੋ ਜੇ ਤੁਸੀਂ ਵੀਡੀਓਜ਼ ਨੂੰ ਐਂਡ ਤੱਕ ਦੇਖਦੇ ਆ ਤਾਂ। ਸੋ ਵਿਦਆਊਟ ਵੇਸਟਿੰਗ ਮੋਰ ਟਾਈਮ ਲੈਟਸ ਸਟਾਰਟ ਵਿਦ ਦਾ ਟੁਡੇਜ਼ ਵੀਡੀਓ। ਸੋ ਜੋ ਵੀਡੀਓ ਦੀ ਆਪਾਂ ਸਟਾਰਟ ਕਰਾਂਗੇ ਬਹੁਤ ਹੀ ਇੰਪੋਰਟੈਂਟ ਟਰਮੀਨੋਲੋਜੀਜ਼ ਦੇ ਨਾਲ ਆ। ਐਕਚੁਅਲੀ ਤੁਸੀਂ ਕਹਿ ਸਕਦੇ ਆ ਕਿ ਬੇਸ ਆ ਸਾਈਕੈਟਰੀ ਦਾ, ਠੀਕ ਹੈ। ਸੋ ਡੈਫੀਨੇਸ਼ਨਸ ਹੈਗੀਆਂ, ਹੈਲੂਸੀਨੇਸ਼ਨ ਹੈ, ਡਿਲੂਜਨ ਹੈ ਐਂਡ ਇਲੂਜਨ ਆ। So what is hallucination? So hallucination is a perception without stimuli, ठीक है, कि the person is perceiving something but there is a no stimuli actually present in a environment, ठीक है, कि patient ਨੂੰ ਕੁਝ ਆਵਾਜ਼ਾਂ ਸੁਣ ਰਹੀਆਂ but ਉਹਦੀ surroundings ਦੇ ਵਿੱਚ ਕੋਈ ਆਵਾਜ਼ ਨਹੀਂ ਹੈਗੀ, ਠੀਕ ਹੈ। patient ਨੂੰ ਕੋਈ ਚੀਜ਼ਾਂ ਦਿਖ ਰਹੀਆਂ, ਠੀਕ ਹੈ, ਉਹਨੂੰ ਕੁਝ ਦਿਖ ਰਿਹਾ but actual ਦੇ ਵਿੱਚ environment ਦੇ ਵਿੱਚ ਕੁਝ ਵੀ ਨਹੀਂ ਹੈਗਾ, ਠੀਕ ਹੈ। ਸੋ ਜੇ ਉਹਨੂੰ ਕੁਝ ਸੁਣਾਈ ਦੇ ਰਿਹਾ that is auditory hallucination, ਜੇ ਉਹਨੂੰ ਕੁਝ ਦਿਖਾਈ ਦੇ ਰਿਹਾ then that is a visual hallucination। ਲਾਈਕਵਾਈਜ਼ ਏਦਾਂ ਬਹੁਤ ਸਾਰੀਆਂ hallucinations ਦੀਆਂ ਟਾਈਪਸ ਹੈਗੀਆਂ, ਲਾਈਕ ਗਸਟੇਟਰੀ ਹੋ ਗਈ, olfactory ਹੋ ਗਈ, ਟੈਕਟਾਈਲ ਹੋ ਗਈ, ਹਿਪਨੋਗੋਗਿਕ, ਹਿਪਨੋਪੰਪਿੰਗ, ਹਿਪਨੋਸੋਮੈਟਿਕ, ਬਹੁਤ ਸਾਰੀਆਂ ਟਾਈਪਸ ਆ। ਆਪਾਂ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ, ਜ਼ਿਆਦਾ ਡਿਟੇਲ 'ਚ ਆਪਾਂ ਫਿਰ ਡਿਸਕਸ ਕਰਾਂਗੇ ਟੌਪਿਕਸ ਨੂੰ ਐਂਡ ਇੱਕ ਲੈਕਚਰ ਇਹਨਾਂ ਤੇ ਬਣ ਸਕਦਾ ਬਟ ਆਪਾਂ ਫਿਲਹਾਲ ਅਜੇ ਮੀਨਿੰਗ ਦੇਖਣੇ ਆ ਇਹਨਾਂ ਦੇ। ਸੋ ਉਹਨਾਂ ਸਫੀਸ਼ੀਐਂਟ ਹੋਊਗਾ ਐਗਜ਼ਾਮ ਦੇ ਲਈ। ਸੋ ਨੈਕਸਟ ਇਜ਼ ਅ ਇਲੂਜਨ। ਇਲੂਜਨ ਇਜ਼ ਅ ਮਿਸਇੰਟਰਪ੍ਰੀਟੇਸ਼ਨ ਆਫ ਦਾ ਸਟਿਮੁਲਾਈ। ਸੋ ਇੱਥੇ ਕੀ ਆ, ਸਟਿਮੁਲਾਈ ਪ੍ਰੈਜ਼ੈਂਟ ਹੈ ਬਟ ਉਹਦੀ ਮਿਸਇੰਟਰਪ੍ਰੀਟੇਸ਼ਨ ਹੋ ਰਹੀ ਆ। ਸਟਿਮੁਲਾਈ ਫॉर ਐਗਜ਼ਾਮਪਲ ਰੋਪ ਪਈ ਹੋਈ ਆ, ਇੱਕ ਰੱਸੀ ਆ ਬਟ ਪੇਸ਼ੈਂਟ ਉਹਨੂੰ ਮਿਸਇੰਟਰਪ੍ਰੀਟ ਕਰ ਰਿਹਾ ਸਨੇਕ ਦੇ ਨਾਲ, ਠੀਕ ਹੈ। ਉਹਨੂੰ ਇੱਕ ਰੱਸੀ ਸੱਪ ਲੱਗ ਰਹੀ ਆ। ਸੋ ਜੋ ਹੈਲੂਸੀਨੇਸ਼ਨ ਆ ਉਹਦੇ ਵਿੱਚ ਤਾਂ ਸਟਿਮੁਲਾਈ ਹੈ ਹੀ ਨਹੀਂ, ਉਹ ਫਿਰ ਵੀ ਪਰਸੀਵ ਕਰ ਰਿਹਾ, ਠੀਕ ਹੈ। ਇਹ ਟਿਪੀਕਲ ਸਿੰਪਟਮਸ ਹੈਗਾ ਆ ਸਾਈਕੋਟਿਕ ਡਿਸਆਰਡਰਸ ਦਾ। ਸਾਈਕੋਟਿਕ ਡਿਸਆਰਡਰ ਕੀ ਆ ਉਹ ਵੀ ਆਪਾਂ ਅੱਗੇ ਦੇਖਦੇ ਹਾਂ। ਸੋ ਇਲੂਜਨ ਜਿਹੜੀ ਆ ਇਹ ਨਾਰਮਲ ਵੀ ਆਪਣੇ ਲੋਕਾਂ ਦੇ ਵਿੱਚ ਹੋ ਜਾਂਦੀ ਆ, ਠੀਕ ਹੈ, ਇਲੂਜਨ। ਸੋ ਨੈਕਸਟ ਇਜ਼ ਆ ਡਿਲੂਜਨ। ਡਿਲੂਜਨ ਬਹੁਤ ਹੀ ਇੰਪੋਰਟੈਂਟ ਡੈਫੀਨੇਸ਼ਨ ਆ, ਕਈ ਵਾਰੀ ਐਗਜ਼ਾਮ 'ਚ ਡਾਇਰੈਕਟ ਇੱਥੇ ਕੁਐਸਚਨ ਆਇਆ। ਸੋ ਆਪਾਂ ਦੇਖਦੇ ਹਾਂ ਕੀ ਆ। ਡਿਲੂਜਨ ਇਜ਼ ਅ ਫਾਲਸ, ਠੀਕ ਹੈ, ਸਭ ਤੋਂ ਪਹਿਲਾਂ ਤੇ ਫਾਲਸ ਹੈ, ਠੀਕ ਹੈ, ਗਲਤ ਹੈ ਕੁਝ, ਫਿਕਸਡ ਆ, ਠੀਕ ਆ, ਫਿਕਸ ਵੀ ਆ ਉਹ ਐਂਡ ਅਨਸ਼ੇਕੇਬਲ ਆ। ਹੈ ਕੀ ਆ, ਬਲੀਫ, ਠੀਕ ਹੈ। ਫਾਲਸ, ਫਿਕਸਡ ਐਂਡ ਅਨਸ਼ੇਕੇਬਲ ਬਲੀਫ ਹੈ, ਮਤਲਬ ਕਿ ਪੇਸ਼ੈਂਟ ਨੇ ਕੁਝ ਆਪਣਾ ਸੋਚ ਬਣਾ ਲਈ ਆ ਜਾਂ ਪੇਸ਼ੈਂਟ ਦਾ ਆਪਣਾ ਇੱਕ ਥਾਟ ਹੈ, ਠੀਕ ਹੈ, ਬਟ ਉਹ ਥਾਟ ਫਾਲਸ ਹੈ, ਉਹ ਗਲਤ ਹੈ। ਫਿਕਸ ਆ, ਠੀਕ ਹੈ, ਉਹਨੂੰ ਤੁਸੀਂ ਕੋਈ ਵੀ ਐਕਸਪਲੇਨੇਸ਼ਨ ਦੇ ਦਿਓ ਉਹ ਜੋ ਥਾਟ ਹੈਗਾ ਆ ਪੇਸ਼ੈਂਟ ਦੇ ਦਿਮਾਗ ਦੇ ਵਿੱਚੋਂ ਨਹੀਂ ਨਿਕਲ ਸਕਦਾ। ਇਸੇ ਕਰਕੇ ਆਪਾਂ ਉਹਨੂੰ ਬੋਲਦੇ ਆ ਇਟ ਇਜ਼ ਅ ਅਨਸ਼ੇਕੇਬਲ, ਠੀਕ ਹੈ, ਅਨਸ਼ੇਕੇਬਲ ਬਲੀਫ ਹੈ। ਔਰ ਉਹਦੇ ਅਗੇਂਸਟ ਤੁਸੀਂ ਕਿੰਨੇ ਵੀ ਐਵੀਡੈਂਸ ਦੇ ਦਿਓ ਪੇਸ਼ੈਂਟ ਨੇ ਉਹ ਥਾਟ ਉਹਦੇ ਦਿਮਾਗ ਦੇ ਵਿੱਚੋਂ ਨਹੀਂ ਜਾਂਦਾ ਹੈਗਾ। ਸੋ ਇਹਦੇ ਲਈ ਸਾਨੂੰ ਜੋ ਹੈਗਾ ਆ ਫਾਰਮਾਕੋਥੈਰੇਪੀ ਹੈਗੀ ਆ, ਸਾਨੂੰ ਡਰੱਗਸ ਹੈਗੀਆਂ, ਉਹਦੇ ਨਾਲ ਪੇਸ਼ੈਂਟ ਨੂੰ ਆਪਾਂ ਟ੍ਰੀਟ ਕਰਦੇ ਆ। ਕੱਲੀ ਸਾਈਕੋਥੈਰੇਪੀ ਦੇ ਨਾਲ ਜਾਂ ਕਾਉਂਸਲਿੰਗ ਦੇ ਨਾਲ ਡਿਲੂਜਨਸ ਨੂੰ ਟ੍ਰੀਟ ਕਰਨਾ ਔਖਾ ਆ ਬਿਕੋਜ਼ ਦਿਸ ਇਜ਼ ਅ ਅਨਸ਼ੇਕੇਬਲ ਬਲੀਫ ਐਂਡ ਫਿਕਸਡ ਬਲੀਫ ਹੈ, ਠੀਕ ਹੈ। ਸੋ ਡਿਲੂਜਨਸ ਵੀ ਕਾਫੀ ਟਾਈਪ ਦੇ ਹੁੰਦੇ ਆ, ਲਾਈਕ ਡਿਲੂਜਨ ਆਫ ਰੈਫਰੈਂਸ। ਰੈਫਰੈਂਸ ਦਾ ਮਤਲਬ ਕਿ ਲੋਕ ਮੇਰੇ ਬਾਰੇ ਗੱਲਾਂ ਕਰਦੇ ਆ, ਲੋਕ ਮੇਰੇ ਵੱਲ ਦੇਖ ਕੇ ਹੱਸਦੇ ਆ। then delusion of persecution। delusion of persecution ਚ ਪੇਸ਼ੈਂਟ ਕੀ ਸੋਚੂਗਾ, ਉਹ ਪੇਸ਼ੈਂਟ ਏਦਾਂ ਸੋਚਦਾ ਕਿ ਲੋਕ ਮੈਨੂੰ ਹਾਰਮ ਕਰਨਾ ਚਾਹੁੰਦੇ ਆ ਈਦਰ ਫਿਜ਼ੀਕਲੀ ਔਰ ਸਾਈਕੋਲੋਜੀਕਲੀ। then delusion of infidelity ਕਿ ਮੇਰਾ ਸਪਾਊਸ ਜਿਹੜਾ ਆ ਉਹ ਮੇਰੇ ਨਾਲ ਫੇਥਫੁਲ ਨਹੀਂ ਹੈਗਾ, ਠੀਕ ਹੈ, ਪੇਸ਼ੈਂਟ ਏਦਾਂ ਸੋਚੂਗਾ। ਸੋ ਏਦਾਂ ਬਹੁਤ ਸਾਰੇ ਹੋਰ ਡਿਲੂਜਨਸ ਹੈਗੇ ਆ। ਸੋ
ਆਪਾਂ डिटेल फिर किते पढ़ांगे, बट जो बेसिक मतलब हैगा डिल्यूजन का ਉਹੀ ਆ कि डिल्यूजन इज अ फॉल्स फिक्सड बिलीफ है और तुसी किन्ने भी एविडेंस दे दो, ठीक है, ਉਹਦੇ अगेंस्ट ਉਹਦੇ कंट्रैरी, बट पेशेंट ਦੇ दिमाग चों ਉਹ बिलीफ ਉਹ सोच नहीं निकलती हैगी। सो जो हेलुसीनेशन आ, हेलुसीनेशन इज अ डिसऑर्डर ऑफ परसैप्शन, ठीक है, ये परसैप्शन का डिसऑर्डर है, ठीक है। बट जो डिल्यूजन आ, डिल्यूजन इट इज अ डिसऑर्डर ऑफ थॉट। सो बहुत बारी एग्जाम दे विच क्वेश्चन पूछा जा चुका है कि हेलुसीनेशन केड़ी टाइप दी एरर हैगी है, तो इस परसैप्शन दी एरर आ, और जो डिल्यूजन आ इट इज अ थॉट एरर, पेशेंट दी थिंकिंग च प्रॉब्लम आ रही है। सो अगे आप देखते हैं, ठीक है, कि जो हेलुसीनेशन डिल्यूजनस है सानू केड़े डिसऑर्डर्स दे विच देखण नूं मिलदियां। सो नैक्सट आप देखते हैं वट इज साइकोसिस एंड वट इज न्यूरोसिस। सो देखो मैंटल डिसऑर्डर्स नूं आपां मेनली दो कैटेगरीज च डिवाइड करते हैं, एक हुंदा है साइकोसिस एंड सैकेंड वन इज अ न्यूरोसिस, ठीक है। जो साइकोसिस है ना, साइकोसिस इज अ सीवियर टाइप ऑफ मैंटल डिसऑर्डर, ठीक है, ये ज्यादा सीवियर हुंदा है, जो न्यूरोसिस आ ये उन्ना सीवियर नहीं हुंदा हैगा। साइकोसिस क्यों ज्यादा सीवियर हुंदा, बिकॉज इहदे विच की है हेलुसीनेशंस एंड डिल्यूजन्स दोनों ही प्रेजेंट आ, ठीक है। हुण पेशेंट नूं कुछ इदां दीयां चीज़ां भी दिख रही, उन्होंने इदां दीयां आवाज़ां भी सुन रही जिहड़ियां कि एक्चुअली एनवायरमेंट दे विच नहीं हैगियां। मेन एक मेजर प्रॉब्लम ये होगी। सैकेंड हो गया डिल्यूजन, कि पेशेंट के दिमाग दे विच कुछ इदां दे फॉल्स फिक्सड बिलीफ आ गए हैं जिन्हों जिहड़े हैगे अनशेकेबल है, ठीक है, जिन्हों नॉर्मली तुसीं साइकोथैरेपीज दे नाल आपां रिजोल्व नहीं कर सकते हैगे। सो इस करके ये आपां इहनूं थोड़ा सीवियर मनदे आ। सो नैक्सट की आ जांदा लैक ऑफ इनसाइट। सो लैक ऑफ इनसाइट का मतलब की है कि पेशेंट नूं अवेयरनैस ही नहीं हैगी, ठीक है, ਉਹਨੂੰ पता ही नहीं हैगा कि ਉਹਨੂੰ कोई मैंटल डिसऑर्डर है ਜਾਂ ਉਹਦੇ कुछ थॉट ਦੇ ਵਿੱਚ कुछ डिस्टरबेंसेस हैगियां। सो पेशेंट ਨੂੰ उस चीज़ की अवेयरनैस नहीं ਹੁੰਦੀ। ਹੁਣ ਜਿੱਥੇ अवेयरनैस ही नहीं हैगी ਉਹ चीज़ ਤਾਂ ਆਪਣੇ ਆਪ ਦੇ ਵਿੱਚ ਫਿਰ सीवियर होगी, ठीक है। सो दिस इज अ रीजन वाई साइकोटिक डिसऑर्डर्स आर कंसिडर्ड एज मोर सीवियर, बिकॉज फर्स्ट ऑफ ऑल तो की कि कॉन्टैक्ट ऑफ लॉस ऑफ कॉन्टैक्ट विद रियलिटी, ठीक है, रियलिटी के नाल कॉन्टैक्ट नहीं हैगा, पेशेंट नूं हेलुसीनेशंस हो रही हैं, पेशेंट नूं डिल्यूजन्स हो रहे हैं, ठीक है, परसैप्शन भी खराब हो रही है, थिंकिंग भी खराब हो रही है, एंड इनसाइट है नहीं, ठीक है, अवेयरनैस है नहीं, पेशेंट नूं उन्होंने पता ही नहीं है कि उन्होंने कोई एक्चुअल च प्रॉब्लम भी हैगी है कि नहीं। दैन उस तो बाद आ जाता है कि किहड़े डिसऑर्डर्स नूं आपां साइकोसिस दे विच मंनदे आ। सो जिन्ने भी डिल्यूजनल डिसऑर्डर आ, ठीक है, वो सारे साइकोटिक हो गए, और जो मेन सीवियर टाइप होंगी है साइकोसिस की, दैट इज अ स्किज़ोफ्रेनिया। स्किज़ोफ्रेनिया इज अ साइकोटिक डिसऑर्डर, ठीक है। सो दैट्स ऑल अबाउट द साइकोसिस। सो नैक्सट आप देखते हैं न्यूरोसिस, ठीक है। सो न्यूरोसिस जिद्दां मैं पहले दस्सिया इट इज अ माइल्ड मैंटल डिसऑर्डर, ठीक है। सीवियर की साइकोसिस, बट न्यूरोसिस इज अ माइल्ड डिसऑर्डर। माइल्ड क्यों, बिकॉज बहुत जो नॉर्मल कंडीशन होंदियां लाइक स्ट्रैस है डेली लाइफ का, एनजाइटी है ਜਾਂ माल अडेप्टेशन है, उन्हां कॉजेज दे करके न्यूरोसिस हुंदा, ठीक है। और मोरओवर इहदे विच हेलुसीनेशंस एंड डिल्यूजन्स जो कि एक बहुत सीवियर टाइप दे सिम्पटम्स आ ਉਹ ਇਹਦੇ ਵਿੱਚ प्रेजेंट नहीं ਹੁੰਦੇ। सो दिस इज अ मेजर डिफरेंस बिटवीन साइकोसिस एंड न्यूरोसिस। साइकोसिस न्यूरोसिस च हेलुसीनेशंस एंड डिल्यूजन्स ਹੁੰਦੇ ਆ, और न्यूरोसिस ਦੇ ਵਿੱਚ हेलुसीनेशन डिल्यूजन्स आर नॉट प्रेजेंट। एंड सैकेंड जो मेन डिफरेंस हैगा आ साइकोसिस न्यूरोसिस ਦਾ, साइकोसिस ਦੇ ਵਿੱਚ लैक ऑफ इनसाइट ਰਹਿੰਦੀ ਆ, बट न्यूरोसिस ਦੇ ਵਿੱਚ इनसाइट हमेशा प्रेजेंट ਹੁੰਦੀ ਆ, ठीक है। इनसाइट ਦਾ मतलब अवेयरनैस ऑफ डिजीज, ठीक है, परसन ਨੂੰ ਪਤਾ ਹੁੰਦਾ ਕਿ ਮੈਨੂੰ ਸਟ੍ਰੈਸ ਹੈਗਾ ਕਿਸੇ ਚੀਜ਼ ਦਾ, ਜਾਂ ਮੈਨੂੰ ਐਂਜ਼ਾਈਟੀ ਹੁੰਦੀ ਹੈ ਇਹਨਾਂ ਸਿਚੁਏਸ਼ਨਸ ਦੇ ਵਿੱਚ, ਜਾਂ ਮਾਲ ਅਡੈਪਟੇਸ਼ਨ ਦਾ मतलब ਕੀ ਆ ਕਿ ਐਡਜਸਟਮੈਂਟਲ ਪ੍ਰੋਬਲਮਸ ਆ। ਤਾਂ ਇਹਨਾਂ ਕੰਡੀਸ਼ਨ ਜੋ ਵੀ ਇਹ ਪ੍ਰੋਬਲਮਸ ਹੈਗੀਆਂ ਇਹਦੇ ਬਾਰੇ ਨਾਰਮਲੀ ਲੋਕਾਂ ਨੂੰ ਅਵੇਅਰਨੈਸ ਹੁੰਦੀ ਆ, ਸੋ ਇਹ ਉਨੇ ਜ਼ਿਆਦਾ ਸੀਵੀਅਰ ਨਹੀਂ ਹੁੰਦੇ ਹੈਗੇ। ਦੈਟਸ ਵਾਈ ਨਿਊਰੋਸਿਸ ਇਜ਼ ਈਜ਼ੀ ਟੂ ਟ੍ਰੀਟ, ਠੀਕ ਹੈ। ਜਨਰਲ ਕਾਉਂਸਲਿੰਗ, ਜਨਰਲ ਸਾਈਕੋਥੈਰੇਪੀਜ਼ ਦੇ ਨਾਲ ਆਪਾਂ ਇਹਨਾਂ ਨੂੰ ਠੀਕ ਕਰ ਸਕਦੇ ਹਾਂ ਜਿੰਨੇ ਵੀ ਨਿਊਰੋਟਿਕ डिसऑर्डर्स ਆ। सो आप टिपिकली थोड़ी डिजीज कंडीशन के नाम देख लें। ऑब्सेसिव कंपल्सिव डिसऑर्डर। सो बहुत सारे स्टूडेंट्स को डाउट रहता है कि जो OCD आ शायद ये साइकोटिक डिसऑर्डर आ, बट नो, नोट कर लो ये चीज, OCD इज अ न्यूरोटिक डिसऑर्डर, ठीक है। OCD हुंदा की आ ऑब्सैशंस आ, ठीक है, कि रीअकरेंट माइंड दे विच रैपिटेटिवली की थॉट्स आउंदियां, बट पर्सन नो दैट थॉट्स आर वेरी यूजलैस, ठीक है, बट की हुंदा है कि वो रोक नहीं पाता वो थॉट्स नूं अपने दिमाग च आउण तो, ठीक है। और उन्हां थॉट्स दे करके उन्होंने एनजाइटी प्रोड्यूस हुंदी आ, और उस एनजाइटी नूं ओवरकम करन दे लई वो फिर कुछ एक्शनस करदा आ।
फॉर एग्जाम्पल पेशेंट ਨੂੰ लगता कि माई हैंड्स आर डर्टी, तो उन्होंने बार बार वो दिमाग च थॉट्स आती है, ठीक है, कि मेरे आसे पासे डर्ट आ, मेरे हैंड डर्टी आ, तो बार बार जाके किया हैंड वॉश करता है, ठीक है। सो थॉट आनी कि माई हैंड्स आर डर्टी, दैट इज ऑब्सैशन, ठीक है। एंड परसन ਨੂੰ पता ਹੁੰਦਾ ਆ कि ਜਿਹੜੇ ਉਹ थॉट्स आ रहे ਆ, ਉਹ ਜਿਹੜੇ ਥਾਟਸ ਆ ਉਹ ਇਰੈਸ਼ਨਲ ਆ, ਠੀਕ ਹੈ, ਉਹਨਾਂ ਦਾ ਕੋਈ ਰੈਸ਼ਨਲ ਨਹੀਂ ਹੈਗਾ, ਬਟ ਉਹਨੂੰ ਐਂਜ਼ਾਇਟੀ ਪ੍ਰੋਡਿਊਸ ਹੁੰਦੀ ਆ, ਔਰ ਉਹਦੇ ਐਂਜ਼ਾਇਟੀ ਪ੍ਰੋਡਿਊਸ ਹੋਣ ਕਰਕੇ ਉਹ ਕੀ ਆ, ਕੁਝ ਐਕਟ ਕਰਦਾ ਜਿਹਨੂੰ ਆਪਾਂ ਬੋਲ ਦਿੰਦੇ ਆ ਕੰਪਲਸ਼ਨ, ਠੀਕ ਹੈ। ਸੋ OCD ਇਜ਼ ਅ ਪਿਓਰਲੀ ਨਿਊਰੋਟਿਕ ਡਿਸਆਰਡਰ ਬਿਕੋਜ਼ ਦ ਪੇਸ਼ੈਂਟ ਹੈਜ਼ ਇਨਸਾਈਟ, ਉਹ ਚ ਅਵੇਅਰਨੈਸ ਹੈਗੀ ਆ। ਸੋ ਨੈਕਸਟ ਹੈਗੇ ਸਮੈਟੋਫਾਰਮ ਡਿਸਆਰਡਰਸ, ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ, ਇਹ ਸਾਰੀਆਂ ਐਗਜ਼ਾਮਪਲਸ ਹੈਗੀਆਂ ਨਿਊਰੋਸਿਸ ਦੀਆਂ, ਠੀਕ ਹੈ। ਸੋ ਜਿੰਨੇ ਵੀ ਨॉर्मल डिसऑर्डर आ जाते लाइक स्ट्रेस है, एंजाइटी है, एडजस्टमेंटल प्रॉब्लम्स आ, ठीक है, कन्वर्जन डिसऑर्डर है, सोमैटोफॉर्म, PTSD, ये सारे न्यूरोसिस है, ठीक है। और जो बाईपोलर है, बाईपोलर डिसऑर्डर साइकोटिक भी हो सकते हैं एंड न्यूरोटिक भी हो सकते हैं, ठीक है। जे साइकोसिस है तो फिर आप बोल देने बाईपोलर डिसऑर्डर विद साइकोसिस, अगर नहीं हैगा देन विदाउट साइकोसिस, ठीक है। सो दैट्स ऑल अबाउट द साइकोसिस एंड न्यूरोसिस। सो नैक्सट आप एक क्वेश्चन देखते हैं जो रिसेंटली BFGHS ਦਾ ਸਟਾਫ ਨਰਸਿਸ ਦਾ ਐਗਜ਼ਾਮ ਹੋਇਆ ਸੀਗਾ, ਉਹਦੇ ਚ क्वेश्चन ਆਇਆ ਸੀਗਾ। क्वेश्चन बहुत ही ਜ਼ਿਆਦਾ ਈਜ਼ੀ ਆ। ਸੋ ਆਪਾਂ ਹੁਣ ਤੱਕ ਸਾਈਕੋਸਿਸ ਵੀ ਦੇਖ ਲਿਆ ਕੀ ਹੁੰਦਾ ਆ, ਨਿਊਰੋਸਿਸ ਵੀ ਦੇਖ ਲਿਆ, ਔਰ ਉਹਦੇ ਬੇਸ ਤੇ क्वेश्चन ਹੈ, ਠੀਕ ਹੈ। ਸੋ ਤੁਸੀਂ ਵੀ ਇਸ क्वेश्चन ਨੂੰ ਅਟੈਂਪਟ ਕਰਨ ਦੀ ਟਰਾਈ ਕਰੋ, ਠੀਕ ਹੈ। ਇੱਥੇ ਵੀਡੀਓ ਨੂੰ ਪੌਜ਼ ਕਰੋ, ਠੀਕ ਹੈ, क्वेश्चन ਨੂੰ ਪਹਿਲਾਂ ਚੰਗੀ ਤਰ੍ਹਾਂ ਨਾਲ ਪੜੋ ਔਰ ਆਪਣਾ ਆਨਸਰ ਕਮੈਂਟ ਸੈਕਸ਼ਨ ਦੇ ਵਿੱਚ ਪੋਸਟ ਕਰੋ, ਉਸ ਤੋਂ ਬਾਅਦ ਤੁਸੀਂ ਅੱਗੇ ਵੀਡੀਓ ਕੰਟੀਨਿਊ ਕਰਿਓ। सो क्वेश्चन हैगा, ए हॉस्पिटलाइज पेशेंट इज डिसओरिएंटेड एंड एक्टिवली साइकोटिक, ठीक है, साइकोटिक भी है एंड डिसओरिएंटेड भी है, दो चीजा हो गई। सो विच ऑफ द फॉलोइंग विल बी प्लान फॉर नर्सिंग इंटरवेंशन, ठीक है, कि नर्सिंग इंटरवेंशन की एप्रोप्रिएट होनी चाहिए। योर पेशेंट इज एक्टिवली साइकोटिक है एंड डिसओरिएंटेड है, ठीक है, उन्होंने ओरिएंटेशन नहीं हैगी। सो फर्स्ट ऑप्शन हैगा, रिक्वेस्ट दैट द पेशेंट इंटरैक्ट विद पीयर्स। सो देखो पेशेंट हैगा या साइकोटिक है, ठीक है, और डिसओरिएंटेड है। डिसओरिएंटेड कि उन्होंने पता ही नहीं हैगा टाइम, प्लेस, परसन, उन्होंने कुछ नहीं पता, उन्होंने सराउंडिंग्स का नहीं पता चल रहा, और मे बी ਉਹਦੇ ਚ ਡਿਲੂਜਨਸ ਵੀ ਹੋ ਸਕਦੀਆਂ, ਹੈਲੂਸੀਨੇਸ਼ਨਸ ਵੀ ਹੋ ਸਕਦੀਆਂ, ਬਿਕੋਜ਼ ਇੱਥੇ ਲਿਖਿਆ ਹੋਇਆ ਕਿ ਐਕਟਿਵਲੀ ਸਾਈਕੋਟਿਕ ਹੈ। ਸੋ ਇਹੋ ਜਿਹਾ ਪੇਸ਼ੈਂਟ ਆਪਣੇ ਪੀਅਰ ਗਰੁੱਪ ਦੇ ਵਿੱਚ ਜਾਂ ਉੱਥੇ ਜਿਹੜੇ ਹੋਰ ਪੇਸ਼ੈਂਟ ਹੈਗੇ ਆ ਉਹਨਾਂ ਦੇ ਨਾਲ ਇੰਟਰੈਕਟ ਬਿਲਕੁਲ ਨਹੀਂ ਕਰ ਸਕਦਾ। ਤੁਸੀਂ ਇਹ ਚੀਜ਼ ਤਾਂ ਉਹਨੂੰ ਕਹਿ ਹੀ ਨਹੀਂ ਸਕਦੇ ਕਿ ਜੋ ਫॉर ਇੰਟਰੈਕਸ਼ਨ ਵਿਦ ਦਾ ਪੀਅਰਸ। ਸੋ ਇਹ ਆਪਸ਼ਨ ਤਾਂ ਬਿਲਕੁਲ ਗਲਤ ਹੈ। सो नैक्सट है एनकरेज द पेशेंट टू पार्टिसिपेट इन यूनिट प्रोग्राम्स, ठीक है। जे इत्थे इंटरैक्शन ਲਈ ਆਪਾਂ कहते कि वो नहीं कर सकता तो फिर वो किसी भी एक्टिविटीज भी जो नॉर्मल वार्ड ਦੇ ਵਿੱਚ ਐਕਟੀਵਿਟੀਜ਼ ਹੁੰਦੀਆਂ ਉਹਦੇ ਚ ਤੁਸੀਂ ਪੇਸ਼ੈਂਟ ਨੂੰ ਪਾਰਟਿਸਿਪੇਟ ਕਰਨ ਲਈ ਇਨਕਰੇਜ ਨਹੀਂ ਕਰ ਸਕਦੇ, ਬਿਕੋਜ਼ ਇੱਥੇ ਤੁਹਾਨੂੰ ਆਪਣੇ ਆਪ ਦਾ ਹੀ ਨਹੀਂ ਕੁਝ ਪਤਾ ਚੱਲ ਰਿਹਾ, ਉਹ ਕੰਪਲੀਟਲੀ ਡਿਸਓਰੀਐਂਟਡ ਹੈ, ਸਾਈਕੋਟਿਕ ਹੈ, ਉਹਨੂੰ ਹੈਲੂਸੀਨੇਸ਼ਨਸ ਆ ਰਹੀਆਂ ਹੋਣੀਆਂ, ਡਿਲੂਜਨਸ ਹੋਣੀਆਂ, ਤੇ ਉਹ ਪਾਰਟਿਸਿਪੇਟ ਕਿੱਦਾਂ ਕਰ ਸਕਦਾ ਹੈ ਨਾ। ਸੋ ਇਹ ਆਪਸ਼ਨ ਵੀ ਬਿਲਕੁਲ ਗਲਤ ਹੋ ਗਿਆ। सो थर्ड ऑप्शन है रियलिटी ओरीएंटेशन। हाँ जी देखो ਆਪਾਂ ਪਹਿਲਾਂ ਹੀ ਦੇਖਿਆ ਉੱਪਰ ਡੈਫੀਨੇਸ਼ਨ ਦੇ ਵਿੱਚ ਕਿ ਸਾਈਕੋਸਿਸ ਦੇ ਵਿੱਚ ਕੀ ਹੁੰਦਾ, ਲਾਸ ਆਫ ਕੰਟੈਕਟ ਵਿਦ ਰਿਐਲਿਟੀ, ਠੀਕ ਹੈ। ਸੋ ਇੱਕ ਤਾਂ ਉਹਦਾ ਲਾਸ ਆਫ ਕੰਟੈਕਟ ਵਿਦ ਰਿਐਲਿਟੀ ਹੋਇਆ ਡਿਊ ਟੂ ਸਾਈਕੋਸਿਸ, ਠੀਕ ਹੈ, ਔਰ ਸੈਕਿੰਡ ਹੈਗਾ ਹੈ ਡਿਸਓਰੀਐਂਟੇਸ਼ਨ ਆ। ਸੋ ਇੱਥੇ ਜੋ ਮੇਨ ਇੰਪੋਰਟੈਂਟ ਇੰਟਰਵੈਂਸ਼ਨ ਬਣਦੀ ਹੁੰਦੀ ਆ ਸਾਈਕੋਟਿਕ ਡਿਸਆਰਡਰਸ ਦੇ ਵਿੱਚ ਉਹ ਹੁੰਦੀ ਆ ਰਿਐਲਿਟੀ ਓਰੀਐਂਟੇਸ਼ਨ, ਠੀਕ ਹੈ। ਓਰੀਐਂਟ ਕਰੋ ਪੇਸ਼ੈਂਟ ਨੂੰ with the surroundings, with the environment, ठीक है। फिर उन्होंने ओरिएंटेशन दो टाइम, प्लेस, पर्सन, वेदर और जो भी कुछ करंट इवेंट चल रहे हैं रिसेंटली उन्होंने सारी चीजों के बारे, ठीक है। सो इतने मेन एप्रोप्रिएट इंटरवेंशन विल बी रियलिटी ओरिएंटेशन बिकॉज पेशेंट इज ऑल्सो डिसओरिएंटेड अलॉन्ग विद द साइकोसिस। और ऑप्शन डी हैगा या इन्वॉल्वमेंट इन मैल्यू। सो आप कंड्यूसिव एनवायरमेंट क्रिएट करना पेशेंट दे ਸਰਾਊਂਡਿੰਗਸ ਦੇ ਵਿੱਚ, ਸੋ ਉਹਦੇ ਵਿੱਚ ਵੀ ਪੇਸ਼ੈਂਟ ਦੀ ਇਨਵੋਲਵਮੈਂਟ ਚਾਹੀਦੀ ਹੁੰਦੀ ਆ। ਸੋ ਇੱਥੇ ਵੀ ਇਹ ਆਪਸ਼ਨ ਗਲਤ ਹੋ ਜਾਂਦਾ। ਸੋ ਜਿਹੜੀਆਂ ਇਹ ਤਿੰਨ ਸਟੇਟਮੈਂਟ ਸੀਗੀਆਂ ਆਪਸ਼ਨ A, B ਐਂਡ D ਇਹ ਆਲਮੋਸਟ ਸਿਮਿਲਰ ਜਿਹੀਆਂ ਸੀਗੀਆਂ ਔਰ ਬਿਲਕੁਲ ਗਲਤ ਹੈ। ਸਾਈਕੋਟਿਕ ਪੇਸ਼ੈਂਟਸ ਦੇ ਵਿੱਚ ਇਹ ਸਾਰੀਆਂ ਇੰਟਰਵੈਂਸ਼ਨਸ ਆਪਾਂ ਨਹੀਂ ਕਰ ਸਕਦੇ ਹੈਗੇ। ਸੋ ਆਪਸ਼ਨ C ਇਜ਼ ਦਾ ਰਾਈਟ ਆਪਸ਼ਨ, ਠੀਕ ਹੈ। ਸੋ ਹੁਣ ਦੇਖੋ ਏਦਾਂ ਡਾਇਰੈਕਟ ਕੁਐਸਚਨ ਮੇ ਬੀ ਬੁੱਕਸ ਦੇ ਵਿੱਚ ਨਹੀਂ ਹੁੰਦੇ ਬਟ ਕਨਸੈਪਟ ਤੁਸੀਂ ਆਪਣੇ ਕਲੀਅਰ ਰੱਖਣੇ। ਅਗਰ ਕਨਸੈਪਟ ਕਲੀਅਰ ਆ ਤਾਂ ਫਿਰ ਕੁਐਸਚਨ ਕਿਸੇ ਤਰ੍ਹਾਂ ਦਾ ਵੀ ਆ ਜਾਵੇ ਤੁਸੀਂ ਈਜ਼ੀਲੀ ਉਹਨੂੰ ਕਰ ਸਕਦੇ ਆ। ਸੋ ਇਸੇ ਕਰਕੇ ਮੈਂ ਤੁਹਾਨੂੰ ਪਹਿਲਾਂ ਸਾਈਕੋਸਿਸ, ਨਿਊਰੋਸਿਸ ਦੀਆਂ ਡੈਫੀਨੇਸ਼ਨਸ ਕਰਾਈਆਂ। ਸੋ ਵਿਦ ਦਿਸ ਮੂਵਿੰਗ ਟੁਵਰਡਸ ਨੈਕਸਟ ਪੇਜ। ਸੋ ਨੈਕਸਟ ਹੈਗਾ ਆ 4 ways ਆਫ ਸਕਿਜ਼ੋਫਰੇਨੀਆ। ਸੋ ਇੱਥੇ ਤਾਂ ਬਹੁਤ ਵਾਰ ਪਤਾ ਨਹੀਂ ਕਿੰਨੀ ਵਾਰੀ ਕੁਐਸਚਨ ਰਿਪੀਟ ਹੋਇਆ। ਸੋ ਸਕਿਜ਼ੋਫਰੇਨੀਆ ਦੇਖੋ ਇੱਕ ਮੇਨ ਡਿਸਆਰਡਰ ਆ ਜਿਹਦੇ ਵਿੱਚ ਥਾਟ ਵੀ ਇੰਪੇਅਰ ਹੁੰਦੀ ਆ, ਪਰਸੈਪਸ਼ਨ ਵੀ ਇੰਪੇਅਰਮੈਂਟ ਹੁੰਦੀ ਆ, ਦੈਨ ਜਿਹੜਾ ਬਿਹੇਵੀਅਰ ਆ, ਨਾਰਮਲ ਬਿਹੇਵੀਅਰ ਆ ਉਹ ਵੀ ਇੰਪੇਅਰ ਹੁੰਦਾ, ਠੀਕ ਹੈ। ਸੋ ਇਹਦੇ ਵਿੱਚ ਤੁਸੀਂ ਕਹਿ ਸਕਦੇ ਆ ਕਿ ਕਲਸਟਰ ਔਰ ਗਰੁੱਪ ਆਫ ਸਿੰਡਰੋਮਸ ਹੁੰਦੇ ਆ ਸਕਿਜ਼ੋਫਰੇਨੀਆ ਦੇ ਵਿੱਚ।
ਔਰ ਜੋ 4A's ਹੈਗੇ ਆ ਬਲੂਲਰ ਨੇ ਦਿੱਤੇ ਸੀਗੇ। ਸੋ 4A ਦੇ ਵਿੱਚ ਹੈਗਾ ਫਰਸਟ ਏ ਹੈਗਾ ਇਫੈਕਟ ਦੇ ਲਈ, ਠੀਕ ਹੈ, ਡਿਸਟਰਬੈਂਸਸ ਇਨ ਇਫੈਕਟ ਮੀਨਸ ਕਿ ਜੋ ਪੇਸ਼ੈਂਟ ਦਾ ਇਫੈਕਟ ਆ ਉਹ ਫਲੈਟ ਹੋ ਜਾਂਦਾ ਜਾਂ ਬਲੰਟ ਹੁੰਦਾ। ਸੋ ਫਲੈਟ ਔਰ ਬਲੰਟ ਇਫੈਕਟ ਦਾ ਮਤਲਬ ਕੀ ਆ ਕਿ ਜੋ ਪੇਸ਼ੈਂਟ ਦਾ ਨਾਰਮਲ ਇਮੋਸ਼ਨਲ ਐਕਸਪ੍ਰੈਸ਼ਨ ਹੁੰਦੇ ਆ ਉਹ ਡਿਕਰੀਜ਼ ਹੋ ਜਾਂਦੇ ਆ, ਠੀਕ ਹੈ, ਉਹਦੇ ਐਕਸਪ੍ਰੈਸ਼ਨ ਨਾਰਮਲ ਇੰਟੈਂਸਿਟੀ ਦੇ ਨਾਲ ਨਹੀਂ ਰਹਿੰਦੇ ਹੈਗੇ। ਸੋ ਨੈਕਸਟ ਆ ਜਾਂਦਾ ਔਟਿਜ਼ਮ। ਔਟਿਜ਼ਮ ਕੀ ਆ ਕਿ ਇੱਕ ਤਾਂ ਉਹਦੀ ਸੋਸ਼ਲ ਇੰਟਰੈਕਸ਼ਨ ਘਟ ਜਾਂਦੀ ਹੈ ਪੇਸ਼ੈਂਟ ਦੀ ਨਾਰਮਲ ਸੁਸਾਇਟੀ ਦੇ ਵਿੱਚ। ਸੈਕਿੰਡ ਹੁੰਦਾ ਕਿ ਪੇਸ਼ੈਂਟ ਦੇ ਜਿਹੜੇ ਥਾਟਸ ਆ ਨਾ ਉਹ ਬਹੁਤ ਹੀ ਔਡ ਔਰ ਐਕਸੈਂਟਰਿਕ ਹੋ ਜਾਂਦੇ ਆ, ਨਾਰਮਲ ਥਾਟਸ ਤੋਂ ਜ਼ਿਆਦਾ ਪਰੇ ਹੋ ਜਾਂਦਾ ਪੇਸ਼ੈਂਟ। ਸੋ ਨੈਕਸਟ ਇਜ਼ ਦਾ ਐਂਬੀਵੈਲੈਂਸ। ਐਂਬੀਵੈਲੈਂਸ ਕੀ ਹੈਗਾ ਆ? Ambivalence is a state in which the patient has two contradictory ideas towards the same person or towards the same situation. For example, patient ਨੂੰ ਇੱਕ ਹੀ ਬੰਦੇ ਦੇ ਨਾਲ ਲੱਗੂਗਾ ਕਿ ਹਾਂ ਇਹ ਤਾਂ ਬਹੁਤ ਚੰਗਾ ਹੈ ਤੇ ਉਸੇ ਟਾਈਮ ਤੇ ਉਹਨੂੰ ਲੱਗੂਗਾ ਕਿ ਨਹੀਂ ਇਸ ਤੋਂ ਜ਼ਿਆਦਾ ਤਾਂ ਖਰਾਬ ਕੋਈ ਹੋ ਹੀ ਨਹੀਂ ਸਕਦਾ ਹੈਗਾ। ਸੋ ਦੋ ਫੀਲਿੰਗਸ ਆਉਗੀਆਂ ਸੇਮ ਪਰਸਨ ਦੇ ਲਈ ਇੱਕੋ ਟਾਈਮ ਤੇ। ਸੋ ਇਹ ਵੀ ਸਾਰੇ ਅਬਨੋਰਮਲ ਬਿਹੇਵੀਅਰ ਆ। ਦੈਨ ਆ ਜਾਂਦਾ ਲੂਜ਼ਨਿੰਗ ਆਫ ਐਸੋਸੀਏਸ਼ਨ। ਲੂਜ਼ਨਿੰਗ ਆਫ ਐਸੋਸੀਏਸ਼ਨ ਨਾਮ ਤੋਂ ਜਿੱਦਾਂ ਕਲੀਅਰ ਆ ਕਿ ਜੋ ਪੇਸ਼ੈਂਟ ਬੋਲੂਗਾ, ਜੋ ਉਹਦੀ ਸਪੀਚ ਹੋਊਗੀ ਬਹੁਤ ਹੀ ਡਿਸਫ੍ਰੈਗਮੈਂਟਡ ਜੀ ਹੋਊਗੀ, ਠੀਕ ਹੈ, ਫ੍ਰੈਗਮੈਂਟਰੀ ਉਹਦੀ ਸਪੀਚ ਹੋਊਗੀ, ਠੀਕ ਹੈ, ਲੂਜ਼ਨਿੰਗ ਹੋਊਗੀ ਐਸੋਸੀਏਸ਼ਨ ਦੀ, ਠੀਕ ਹੈ, ਮਤਲਬ ਕੋਈ ਮਤਲਬ ਨਹੀਂ ਬਣੂਗਾ ਜੋ ਵੀ ਪੇਸ਼ੈਂਟ ਬੋਲਦਾ। ਲਾਈਕ ਕਿ ਮੈਂ ਸਵੇਰੇ ਉੱਠਿਆ ਸੀ, ਤੁਹਾਡੀਆਂ ਦੋ ਲੱਤਾਂ ਆ, ਉਹ ਰੋਟੀ ਖਾਣ ਲੱਗ ਗਏ, ਮਤਲਬ ਏਦਾਂ ਕਰਕੇ ਕੁਝ ਵੀ ਕਨੈਕਸ਼ਨ ਨਹੀਂ ਹੋਊਗਾ, ਬਹੁਤ ਹੀ ਫ੍ਰੈਗਮੈਂਟਰੀ ਜਿਹੀਆਂ ਉਹਦੀਆਂ ਸੈਂਟੈਂਸਸ ਹੋਣਗੇ। ਸੋ ਇਹ 4A ਸੀਗੇ ਜਿਹੜੇ ਕਈ ਵਾਰੀ ਐਗਜ਼ਾਮ 'ਚ ਆ ਜਾਂਦੇ ਆ, ਪੁੱਛ ਲੈਂਦੇ ਆ, ਠੀਕ ਹੈ। 4A ਦਿੱਤੇ ਹੋਣਗੇ ਲਾਈਕ ਉਹਨਾਂ ਨੇ ਦਿੱਤਾ ਹੋਊਗਾ ਕਿ ਇਫੈਕਟ, ਔਟਿਜ਼ਮ, ਐਂਬੀਵੈਲੈਂਸ। ਚੌਥਾ ਆਪਸ਼ਨ ਦਿੱਤਾ ਹੋਊਗਾ ਐਨਹਾਈਡੋਨੀਆ ਜਾਂ ਏਵੋਲੀਏਸ਼ਨ ਜਾਂ ਏ ਸੋਸ਼ੀਐਲਿਟੀ। ਸੋ ਇਦਾਂ ਦੇਖਣ ਨੂੰ ਈਜ਼ੀ ਲੱਗਦਾ ਹੈ ਬਟ ਐਗਜ਼ਾਮ 'ਚ ਕਈ ਵਾਰੀ ਕਨਫਿਊਜ਼ਨ ਹੋ ਜਾਂਦੀ ਆ। ਸੋ ਇਹਨੂੰ ਰੱਟ ਲਓ ਇੱਕ ਵਾਰੀ 4A's ਆਫ ਸਕਿਜ਼ੋਫਰੇਨੀਆ ਨੂੰ। ਸੋ ਵਿਦ ਦਿਸ ਮੂਵਿੰਗ ਟੁਵਰਡਸ ਨੈਕਸਟ। ਸੋ ਨੈਕਸਟ ਹੈਗਾ ਆ ਪੋਜ਼ਿਟਿਵ ਐਂਡ ਨੈਗੇਟਿਵ ਸਿੰਪਟਮਸ ਆਫ ਸਕਿਜ਼ੋਫਰੇਨੀਆ। ਸੋ ਪੋਜ਼ਿਟਿਵ ਐਂਡ ਨੈਗੇਟਿਵ, ਠੀਕ ਹੈ, ਸਭ ਤੋਂ ਪਹਿਲਾਂ ਤਾਂ ਪਤਾ ਹੋਣਾ ਚਾਹੀਦਾ ਕਿ ਆਪਾਂ ਇਹਨਾਂ ਨੂੰ ਪੋਜ਼ਿਟਿਵ ਨੈਗੇਟਿਵ ਕਿਉਂ ਕਹਿੰਦੇ ਆ। ਸੋ ਪੋਜ਼ਿਟਿਵ ਸਿੰਪਟਮਸ ਦੇ ਵਿੱਚ ਕੀ ਆ ਕਿ ਦੇਰ ਇਜ਼ ਅ ਪ੍ਰੈਜ਼ੈਂਸ ਆਫ ਅਨਯੂਜ਼ੂਅਲ ਬਿਹੇਵੀਅਰ। ਜੋ ਨਾਰਮਲ ਲੋਕਾਂ ਦਾ ਬਿਹੇਵੀਅਰ ਹੁੰਦਾ ਆ ਉਸ ਤੋਂ ਕੁਝ ਹਟ ਕੇ ਆ, ਠੀਕ ਆ, ਅਨਯੂਜ਼ੂਅਲ ਆ ਤੇ ਉਹ ਹੁੰਦਾ ਪੇਸ਼ੈਂਟ ਦੇ ਵਿੱਚ, ਠੀਕ ਹੈ। ਅਨਯੂਜ਼ੂਅਲ ਬਿਹੇਵੀਅਰ ਕਿਹੜਾ ਹੋ ਸਕਦਾ ਹੈ? ਡਿਲੂਜਨਸ ਐਂਡ ਹੈਲੂਸੀਨੇਸ਼ਨਸ, ਠੀਕ ਹੈ, ਜੋ ਆਪਾਂ ਪਹਿਲਾਂ ਉੱਪਰ ਡਿਲੂਜਨਸ ਐਂਡ ਹੈਲੂਸੀਨੇਸ਼ਨਸ ਪੜ੍ਹੇ ਆ, ਦੈਟ ਆਰ ਦਾ ਪੋਜ਼ਿਟਿਵ ਸਿੰਪਟਮਸ ਇਨ ਸਕਿਜ਼ੋਫਰੇਨੀਆ। ਸੋ ਨੈਗੇਟਿਵ ਸਿੰਪਟਮਸ ਕਿਉਂ ਆਪਾਂ ਬੋਲਦੇ ਆ ਜੋ ਨੈਗੇਟਿਵ ਸਿੰਪਟਮਸ ਹੈਗੇ ਆ? ਬਿਕੋਜ਼ ਦੇਰ ਇਜ਼ ਐਬਸੈਂਸ ਆਫ ਅ ਬਿਹੇਵੀਅਰ ਨਾਰਮਲੀ ਐਕਸਪੈਕਟਡ। ਜੋ ਇੱਕ ਨਾਰਮਲ ਇੰਡੀਵਿਜੂਅਲ 'ਚ ਬਿਹੇਵੀਅਰ ਹੋਣਾ ਚਾਹੀਦਾ ਆ ਉਹ ਐਬਸੈਂਟ ਹੁੰਦਾ, ਇਸ ਕਰਕੇ ਆਪਾਂ ਇਹਨਾਂ ਨੂੰ ਬੋਲਦੇ ਆ ਨੈਗੇਟਿਵ ਸਿੰਪਟਮਸ। ਫਟਾਫਟ ਆਪਾਂ ਡੈਫੀਨੇਸ਼ਨਸ ਇਹਨਾਂ ਦੀਆਂ ਦੇਖ ਲੈਂਦੇ ਆ। ਪਹਿਲੀ ਹੈਗੀ ਏਵਲੂਏਸ਼ਨ। ਏਵਲੂਏਸ਼ਨ ਕੀ ਹੁੰਦੀ ਹੈ? ਲੈਕ ਆਫ ਮੋਟੀਵੇਸ਼ਨ ਟੂ ਸਟਾਰਟ ਔਰ ਇਨੀਸ਼ੀਏਟ ਐਨੀ ਐਕਸ਼ਨ, ਠੀਕ ਹੈ। ਸੋ ਪੇਸ਼ੈਂਟ ਦਾ ਕੋਈ ਗੋਲ ਨਹੀਂ ਹੁੰਦਾ, ਉਹਦੀ ਕੋਈ ਮੋਟੀਵੇਸ਼ਨ ਨਹੀਂ ਉਹਨੂੰ ਰਹਿੰਦੀ, ਅਗਰ ਜੇ ਕੋਈ ਕੰਮ ਸਟਾਰਟ ਕਰ ਵੀ ਲੈਂਦਾ ਹੈ ਦੈਨ ਉਹਨੂੰ ਕੰਪਲੀਟ ਨਹੀਂ ਕਰ ਪਾਉਂਦਾ, ਠੀਕ ਹੈ। ਸੋ ਲੈਕ ਆਫ ਮੋਟੀਵੇਸ਼ਨ ਇਜ਼ ਅ ਏਵਲੂਏਸ਼ਨ। ਸੋ ਨੈਕਸਟ ਇਜ਼ ਐਨਹਾਈਡੋਨੀਆ। ਸੋ ਐਨਹਾਈਡੋਨੀਆ ਕੀ ਆ? ਇਟ ਇਜ਼ ਅ ਇਨਐਬਿਲਿਟੀ ਟੂ ਫੀਲ ਪਲੇਜ਼ਰ, ਠੀਕ ਹੈ, ਕਿ ਕੋਈ ਵੀ ਕੰਮ ਕਰਨ ਦੇ ਵਿੱਚ ਜਾਂ ਕੋਈ ਵੀ ਚੀਜ਼ ਵਿੱਚ ਉਹਨੂੰ ਪਹਿਲਾਂ ਖੁਸ਼ੀ ਮਿਲਦੀ ਸੀਗੀ, ਹੁਣ ਉਹਨੂੰ ਪਲੇਜ਼ਰ ਫੀਲ ਹੀ ਨਹੀਂ ਹੁੰਦਾ, ਠੀਕ ਹੈ। ਸੋ ਇਨਐਬਿਲਿਟੀ ਟੂ ਫੀਲ ਪਲੇਜ਼ਰ ਇਨ ਐਨੀ ਕਾਈਂਡ ਆਫ ਐਕਟੀਵਿਟੀ। ਸੋ ਨੈਕਸਟ ਇਜ਼ ਏਸੋਸ਼ੀਐਲਿਟੀ। ਏਸੋਸ਼ੀਐਲਿਟੀ ਕੀ ਹੋਗੀ ਫਿਰ? ਲੈਕ ਆਫ ਔਰ ਇੰਪੇਅਰਡ ਸੋਸ਼ਲ ਇੰਟਰੈਕਸ਼ਨ ਵਿਦ ਦਾ सोसाइटी। और एलॉजिया की हुंदा है, इट इज द लैक ऑफ प्रॉपर स्पीच। ठीक है, फ्लैट इफेक्ट आप देख लिया कि जो पेशेंट दी इमोशनल एक्सप्रैशन होंदे आ वो पुअर हो जाते हैं, इमोशनल इंटेंसिटी रिड्यूस हो जाती है। और लास्ट इज एपैथी। एपैथी की हुंदा है, इत्थे फ्लैट इफेक्ट दे विच ना थोड़ा रिड्यूस हुंदा इमोशनल एक्सप्रैशन, एपैथी दे विच तां टोटली लैकिंग हो जाती है इमोशनल एक्सप्रैशन दी। ठीक है, कोई इमोशनल टोन नहीं हुंदी पेशेंट दे विच। सो ये हो गए सारे नैगेटिव सिम्पटम्स। सो पॉजिटिव एंड नैगेटिव सिम्पटम्स कई बार ये भी क्वेश्चन बहुत बारी रिपीट होए। सो विद दिस मूविंग टूवर्ड्स अ क्वेश्चन। ठीक है, एक क्वेश्चन जेड़ा सीगा रिसेंटली जेड़ा स्टाफ नर्सिस दा एग्जाम होया सी, उस पुछया सीगा, बहुत ही ईजी बहुत ही बेसिक क्वेश्चन आ, बट फिर भी कई बार एग्जाम दे विच कंफ्यूजन हो जाती है। सो विच ऑफ द फॉलोइंग क्लासिफिकेशन ऑफ मेडिकेशन वुड बी मोस्ट ऑफन यूज्ड फॉर अ क्लाइंट विद स्किज़ोफ्रेनिया। सो स्किज़ोफ्रेनिया दा पेशेंट है, केड़ी मेडिकेशन उन्होंने दोगे? एंटी डिप्रेसेंट, एंजियोलिटिक्स, मूड स्टेबलाइजर्स और न्यूरोलैप्टिक्स। ठीक है, सो पहला तो पता होना चाहिए कि स्किज़ोफ्रेनिया दे विच किहड़ा न्यूरो ट्रांसमीटर हाई या लो हुंदा। सो स्किज़ोफ्रेनिया दे विच जिहड़ा मेन हुंदा ना डोपामीन, डोपामीन दा लैवल हो जांदा है हाई। ठीक है, डोपामीन इनक्रीज हो जाता। हुण आपां देखना कि इन्हां चों किहड़ियां ड्रग्स है जिहड़ियां डोपामीन दे लैवल नूं रिड्यूस करदियां। सो एंटी डिप्रेसेंट, एंजियोलिटिक हो गए तुहाडे एंटी एंजाइटी वाले, ते हो गए मूड स्टेबलाइजर। और जो लास्ट बचदा है दैट इज न्यूरोलैप्टिक्स। सो जिहड़े न्यूरोलैप्टिक्स आ, इट इज द अनदर नेम ऑफ द एंटी साइकोटिक ड्रग्स।
ਸੋ ਜੋ ਐਂਟੀਸਾਈਕੋਟਿਕ ਡਰੱਗਸ ਨੂੰ ਹੀ ਆਪਾਂ ਨਿਊਰੋਲੈਪਟਿਕਸ ਕਹਿੰਦੇ ਆ। ਜੇ ਹੁਣ ਇੱਥੇ ਐਂਟੀਸਾਈਕੋਟਿਕ ਲਿਖਿਆ ਹੁੰਦਾ ਤਾਂ ਤੁਸੀਂ 1 ਮਿੰਟ 'ਚ ਗੈਸ ਕਰ ਲੈਣਾ ਸੀਗਾ, ਬਟ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਸੈਕਿੰਡ ਨੇਮ ਕੀ ਆ ਡਰਗ ਦਾ। ਸੋ ਨਿਊਰੋਲੈਪਟਿਕਸ ਹੀ ਐਂਟੀਸਾਈਕੋਟਿਕ ਦਾ ਸੈਕਿੰਡ ਨੇਮ ਆ, ਔਰ ਇਹ ਜਿਹੜੀਆਂ ਡਰੱਗਸ ਆ ਇਹ ਡੋਪਾਮਾइन ਦੇ ਲੈਵਲ ਨੂੰ ਰਿਡਿਊਸ ਕਰਦੀਆਂ, ਡਿਕਰੀਜ਼ ਕਰਦੀਆਂ ਡੋਪਾਮਾइन, ਠੀਕ ਹੈ। ਇਹਨਾਂ ਨੂੰ ਆਪਾਂ ਮੇਜਰ ਟ੍ਰੈਂਕੁਲਾਈਜ਼ਰਸ ਵੀ ਬੋਲਦੇ ਆ, ਠੀਕ ਹੈ। ਜੇ ਇੱਥੇ ਮੇਜਰ ਟ੍ਰੈਂਕੁਲਾਈਜ਼ਰ ਲਿਖਿਆ ਹੁੰਦਾ ਤਾਂ ਵੀ ਉਹ ਆਪਸ਼ਨ ਸਹੀ ਹੋਣਾ ਸੀਗਾ। ਔਰ ਜੋ ਮਾਈਨਰ ਟ੍ਰੈਂਕੁਲਾਈਜ਼ਰ ਆ ਉਹ ਵੀ ਯਾਦ ਰੱਖ ਲਓ, ਕੋਈ ਪਤਾ ਨਹੀਂ ਕੀ ਪੁੱਛ ਲੈਣ। ਸੋ ਮਾਈਨਰ ਟ੍ਰੈਂਕੁਲਾਈਜ਼ਰਸ ਹੁੰਦੇ ਆ ਐਂਜ਼ੀਓਲਿਟਿਕਸ, ਠੀਕ ਹੈ, ਐਂਟੀ ਐਂਜ਼ਾਈਟੀ ਡਰੱਗਸ। ਸੋ ਬਹੁਤ ਈਜ਼ੀ ਕੁਐਸਚਨ ਸੀਗਾ ਇਹ। ਸੋ ਵਿਦ ਦਿਸ ਮੂਵਿੰਗ ਟੁਵਰਡਸ ਦ ਨੈਕਸਟ। ਸੋ ਨੈਕਸਟ ਹੈਗਾ ਹੈ ਡਾਈਸਲਫੀਰਾਮ ਦੇ ਬਾਰੇ ਥੋੜਾ ਦੇਖਦੇ ਹਾਂ। ਸੋ ਡਾਈਸਲਫੀਰਾਮ ਐਕਟ ਕਿੱਦਾਂ ਕਰਦੀ ਹੈ ਆਪਾਂ ਉਹ ਦੇਖਦੇ ਹਾਂ। ਦੇਖੋ ਨਾਰਮਲੀ ਕੀ ਹੁੰਦਾ ਕੀ ਆ, ਮੈਕੈਨਿਜ਼ਮ ਆਫ ਐਕਸ਼ਨ ਇਹਦਾ ਇੰਪੋਰਟੈਂਟ ਆ, ਚੰਗੀ ਤਰ੍ਹਾਂ ਦੇਖਿਓ ਇਹਨੂੰ। ਨਾਰਮਲੀ ਆਪਾਂ ਕੀ ਹੋ ਗਿਆ, ਐਲਕੋਹਲ ਲਈ, ਐਲਕੋਹਲ ਲੈਣ ਤੋਂ ਬਾਅਦ ਕੀ ਹੁੰਦਾ, ਬਾਡੀ 'ਚ ਜਾ ਕੇ ਸਾਡੇ ਐਸਟੈਲਡੀਹਾਈਡ ਦੇ ਵਿੱਚ ਕਨਵਰਟ ਹੁੰਦਾ ਐਲਕੋਹਲ, ਠੀਕ ਹੈ। ਔਰ ਐਸਟੈਲਡੀਹਾਈਡ ਤੋਂ ਬਾਅਦ ਇਹ ਕਨਵਰਟ ਹੁੰਦਾ ਆ ਐਸੀਟੇਟ ਦੇ ਵਿੱਚ, ਔਰ ਫਿਰ ਸਾਨੂੰ ਕੀ ਆ ਪਲੇਜਰੇਬਲ ਇਫੈਕਟਸ ਆਉਂਦੇ ਆ, ਠੀਕ। ਸੋ ਜਿਹੜਾ ਐਸਟੈਲਡੀਹਾਈਡ ਆ, ਐਸਟੈਲਡੀਹਾਈਡ ਤੋਂ ਐਸੀਟੇਟ ਦੇ ਵਿੱਚ ਕਨਵਰਟ ਕਰਨ ਦੇ ਲਈ ਇੱਕ ਐਂਜ਼ਾਈਮ ਮੇਨ ਰੋਲ ਪਲੇ ਕਰਦਾ ਆ, ਔਰ ਐਂਜ਼ਾਈਮ ਹੈਗਾ ਐਲਡੀਹਾਈਡ ਡੀਹਾਈਡਰੋਜੀਨੇਜ਼, ਠੀਕ ਹੈ। ਸੋ ਹੁਣ ਜਦੋਂ ਆਪਾਂ ਡਾਈਸਲਫੀਰਾਮ ਦਿੰਨੇ ਆ, ਡਾਈਸਲਫੀਰਾਮ ਇਹ ਜਿਹੜਾ ਐਂਜ਼ਾਈਮ ਹੈ ਐਲਡੀਹਾਈਡ ਡੀਹਾਈਡਰੋਜੀਨੇਜ਼ ਇਹਨੂੰ ਇਨਐਕਟਿਵ ਕਰ ਦਿੰਦਾ, ਠੀਕ ਹੈ। ਇਹ ਜਦੋਂ ਕੰਮ ਨਹੀਂ ਕਰ ਪਾਊਗਾ ਫਿਰ ਇਹ ਇਨਐਕਟਿਵ ਹੋ ਜਾਊਗਾ, ਤਾਂ ਜੋ ਇਹਦਾ ਮੇਨ ਕੰਮ ਕੀ ਹੁੰਦਾ ਫਿਰ ਇਹਦੀ ਕਨਵਰਜਨ ਕਰਾਣੀ ਐਸਟੈਲਡੀਹਾਈਡ ਦੀ ਐਸੀਟੇਟ 'ਚ, ਤਾਂ ਫਿਰ ਇਹ ਕਨਵਰਜਨ ਨਹੀਂ ਹੋ ਪਾਊਗੀ, ਠੀਕ ਹੈ, ਕਿਉਂਕਿ ਡਾਈਸਲਫੀਰਾਮ ਨੇ ਇਹਨੂੰ ਕਰਤਾ ਇਨਐਕਟਿਵ। ਹੁਣ ਇਹਦੀ ਇਨਐਕਟਿਵ ਹੋਣ ਦੇ ਨਾਲ ਕੀ ਹੋਣਾ, ਜੋ ਐਸਟੈਲਡੀਹਾਈਡ ਆ ਉਹ ਅੱਗੇ ਕਨਵਰਟ ਨਹੀਂ ਹੋ ਪਾਣਾ ਐਸੀਟੇਟ ਦੇ ਵਿੱਚ, ਔਰ ਇਹਦਾ ਲੈਵਲ ਇੱਥੇ ਇਨਕਰੀਜ਼ ਹੋ ਜਾਣਾ ਬਾਡੀ 'ਚ। ਸੋ ਸਾਡੀ ਬਾਡੀ ਦੇ ਵਿੱਚ 10 ਟਾਈਮਸ ਅਪਰੋਕਸੀਮੇਟਲੀ ਐਸਟੈਲਡੀਹਾਈਡ ਇਨਕਰੀਜ਼ ਹੋ ਜਾਂਦਾ when we administer the disulfiram to the patient। so ਜਦੋਂ ਐਸਟੈਲਡੀਹਾਈਡ ਦਾ ਲੈਵਲ ਇਨਕਰੀਜ਼ ਹੁੰਦਾ ਤਾਂ ਕੁਝ ਅਨਪਲੀਜ਼ੈਂਟ ਰਿਐਕਸ਼ਨਸ ਆ ਪ੍ਰੋਡਿਊਸ ਹੁੰਦੀਆਂ ਬਾਡੀ ਦੇ ਵਿੱਚ, ਠੀਕ ਹੈ, ਲਾਈਕ ਨੋਜ਼ੀਆ, ਵੋਮਿਟਿੰਗ, ਪਾਲਪੀਟੇਸ਼ਨਸ, ਬਲਡ ਵਿਜ਼ਨ ਔਰ ਡਿਜ਼ਨੀਆ, ਠੀਕ ਹੈ, ਡਿਊ ਟੂ ਇਨਕਰੀਜ਼ ਕੰਸਨਟ੍ਰੇਸ਼ਨ ਆਫ ਐਸਟੈਲਡੀਹਾਈਡ ਇਨ ਅ ਬਲੱਡ। ਸੋ ਹੁਣ ਕੀ ਹੋਊਗਾ, ਪੇਸ਼ੈਂਟ ਨੂੰ ਵੈਸੇ ਤਾਂ ਐਲਕੋਹਲ ਲੈਣ ਤੋਂ ਬਾਅਦ ਨਾ ਪਲੇਜਰੇਬਲ ਫੀਲਿੰਗ ਆਣੀ ਸੀਗੀ, ਬਟ ਹੁਣ ਆਪਾਂ ਕੀ ਕਰਤਾ ਡਾਈਸਲਫੀਰਾਮ ਦੇਣ ਦੇ ਨਾਲ ਉਹਨੂੰ ਪਲੇਜਰੇਬਲ ਫੀਲਿੰਗ ਦੀ ਜਗ੍ਹਾ ਤੇ ਕੀ ਹੋ ਗਿਆ, ਅਨਪਲੇਜਰੇਬਲ ਰਿਐਕਸ਼ਨਸ ਆਣੀਆਂ, ਠੀਕ ਹੈ, ਨੋਜ਼ੀਆ, ਵੋਮਿਟਿੰਗ, ਪਾਲਪੀਟੇਸ਼ਨਸ ਵਗੈਰਾ ਵਗੈਰਾ। ਸੋ ਉਹਦੇ ਨਾਲ ਕੀ ਹੋਣਾ ਆ, ਪੇਸ਼ੈਂਟ ਨੂੰ ਲੱਗੂਗਾ ਐਲਕੋਹਲ ਲੈਣ ਦੇ ਨਾਲ ਤਾਂ ਮੈਨੂੰ ਕੁਝ ਵਧੀਆ ਨਹੀਂ ਲੱਗ ਰਿਹਾ, ਮੈਨੂੰ ਗਲਤ ਰਿਐਕਸ਼ਨਸ ਆ ਰਹੀਆਂ। ਸੋ ਉਹ ਕੀ ਕਰੂਗਾ, ਹੌਲੀ ਹੌਲੀ ਉਹ ਕੀ ਆ ਐਲਕੋਹਲ ਲੈਣੀ ਬੰਦ ਕਰ ਦੂਗਾ। ਸੋ ਇਹਨੂੰ ਆਪਾਂ ਐਵਰਜਨ ਥੈਰੇਪੀ ਬੋਲਦੇ ਹਾਂ, ਕਿ ਜਦੋਂ ਵੀ ਕੋਈ ਪਲੇਜਰੇਬਲ ਸਟਿਮੂਲਾਈ ਨੂੰ ਆਪਾਂ ਅਨਪਲੇਜਰੇਬਲ ਰਿਐਕਸ਼ਨਸ ਦੇ ਨਾਲ ਪੇਅਰ ਕਰ ਦਿੰਦੇ ਆ। ਸੋ ਉਸ ਪੇਅਰਿੰਗ ਦੇ ਨਾਲ ਪੇਸ਼ੈਂਟ ਫਿਰ ਅਵੋਇਡ ਕਰ ਦਿੰਦਾ ਆ ਉਸ ਚੀਜ਼ ਵੱਲ ਜਾਣਾ, ਠੀਕ ਹੈ। ਸੋ ਬਹੁਤ ਸਾਰੇ ਬਿਹੇਵੀਅਰ ਡਿਸਆਰਡਰਸ ਆ ਜਿਨ੍ਹਾਂ ਨੂੰ ਆਪਾਂ ਇਸ ਤਰੀਕੇ ਨਾਲ ਠੀਕ ਕਰਦੇ ਆ, ਠੀਕ ਹੈ। ਸੋ ਇਹ ਆਪਾਂ ਕੈਮੀਕਲ ਤਰੀਕੇ ਦੇ ਨਾਲ ਐਵਰਜਨ ਥੈਰੇਪੀ ਕਰਦੇ ਆ ਡਾਈਸਲਫੀਰਾਮ ਇਨ ਕੇਸ ਆਫ ਐਲਕੋਹਲਿਜ਼ਮ। ਸੋ ਨੈਕਸਟ ਆਪਾਂ ਦੇਖਦੇ ਹਾਂ ਡਾਈਸਲਫੀਰਾਮ ਇਥਾਨੋਲ ਰਿਐਕਸ਼ਨ ਦੇ ਐਕਚੁਅਲੀ ਸਿੰਪਟਮਸ, ਠੀਕ ਹੈ। ਚੰਗੀ ਤਰ੍ਹਾਂ ਦੇਖ ਲਿਓ, ਇਹਦੇ ਤੇ ਵੀ ਕੁਐਸਚਨ ਆਉਂਦੇ ਆ, ਕਈ ਵਾਰੀ ਬਹੁਤ ਸਾਰੇ ਆਪਸ਼ਨਸ ਦਿੱਤੇ ਹੁੰਦੇ ਆ, ਹਾਈਪੋਟੈਂਸ਼ਨ ਦੀ ਜਗ੍ਹਾ ਤੇ ਹਾਈਪਰਟੈਂਸ਼ਨ ਲਿਖ ਦਿੰਦੇ ਆ, ਟੈਕੀਕਾਰਡੀਆ ਦੀ ਜਗ੍ਹਾ ਤੇ ਬ੍ਰੈਡੀਕਾਰਡੀਆ ਲਿਖ ਦਿੰਦੇ ਆ, ਔਰ ਉੱਥੇ ਕਨਫਿਊਜ਼ਨ ਹੋ ਜਾਂਦੀ ਆ। ਸੋ ਜੋ ਡਾਈਸਲਫੀਰਾਮ ਇਥਾਨੋਲ ਰਿਐਕਸ਼ਨ ਦੇ ਮੇਨ ਸਿੰਪਟਮਸ ਹੈਗੇ ਆ, ਡੈਟ ਆਰ ਟੈਕੀਕਾਰਡੀਆ, ਹਾਈਪੋਟੈਂਸ਼ਨ, ਹੈਡੇਕ, nausea, vomiting, blurred vision, chest pain और flushing। सो ये मेन सिम्पटम्स आ DER ਦੇ ਡਾਈਸਲਫੀਰਾਮ ਇਥਾਨੋਲ ਰਿਐਕਸ਼ਨ। ਔਰ ਇਹ ਜਦੋਂ ਤੁਸੀਂ ਪੇਸ਼ੈਂਟ ਨੂੰ ਦਿੰਨੇ ਇਹ ਸਭ ਕੁਝ ਹੁੰਦਾ ਆ, ਇਹ ਵਿਦਿਨ 10 to 30 ਮਿੰਟਸ ਦੇ ਵਿੱਚ ਡਾਈਸਲਫੀਰਾਮ ਇਥਾਨੋਲ ਰਿਐਕਸ਼ਨ ਪ੍ਰੋਡਿਊਸ ਹੋ ਜਾਂਦੇ ਆ। ਸੋ ਵਿਦ ਦਿਸ ਮੂਵਿੰਗ ਟੁਵਰਡਸ ਦ ਨੈਕਸਟ ਵਨ। ਸੋ ਨੈਕਸਟ ਆਪਾਂ ਦੇਖਣਾ ਹੈ ਲੀਥੀਅਮ ਦੇ ਬਾਰੇ ਥੋੜਾ ਜਿਹਾ। ਸੋ ਲੀਥੀਅਮ ਦੀ ਜੋ ਥੈਰਾਪਿਊਟਿਕ ਸੀਰਮ ਲੈਵਲ ਹੈਗੇ ਆ, ਡੈਟ ਆਰ ਵੈਰੀ ਵੈਰੀ ਇੰਪੋਰਟੈਂਟ। ਰੱਟ ਲਓ ਇਹ ਤਾਂ 0.6 to 1.2 ਮਿਲੀ ਇਕੁਇਵਲੈਂਟ ਪਰ ਲੀਟਰ ਇਜ਼ ਦਾ ਨਾਰਮਲ ਸੀਰਮ ਲੀਥੀਅਮ ਲੈਵਲ, ਠੀਕ ਹੈ। ਸੋ ਲੀਥੀਅਮ ਟੌਕਸਿਸਿਟੀ ਆਪਾਂ ਕਦੋਂ ਬੋਲਦੇ ਆ, ਜਦੋਂ ਲੈਵਲ 1.5 ਮਿਲੀ ਇਕੁਇਵਲੈਂਟ ਹੋ ਜਾਂਦਾ ਜਾਂ ਉਸ ਤੋਂ ਹਾਇਰ ਹੋ ਜਾਂਦਾ। ਸੋ ਸੀਵੀਅਰ ਲਿਥੀਅਮ ਟੌਕਸਿਸਿਟੀ ਕਦੋਂ ਹੁੰਦੀ ਆ, ਜਦੋਂ ਲਿਥੀਅਮ ਲੈਵਲ 2 ਮਿਲੀ ਇਕੁਇਵਲੈਂਟ ਪਰ ਲੀਟਰ ਹੋ ਜਾਂਦਾ। ਸੋ ਇਹ ਲਾਈਫ ਥ੍ਰੈਟਨਿੰਗ ਕੰਡੀਸ਼ਨ ਹੁੰਦੀ ਆ। ਸੋ ਨਾਰਮਲੀ ਤੁਸੀਂ ਇਹ ਵੈਲਿਊ ਯਾਦ ਰੱਖ ਲਓ, 0.6 to 1.2 ਮਿਲੀ ਇਕੁਇਵਲੈਂਟ ਪਰ ਲੀਟਰ। ਸੋ ਸਿੰਪਟਮਸ ਇੰਪੋਰਟੈਂਟ ਆ, ਕਈ ਵਾਰੀ ਸਿੰਪਟਮਸ ਤੇ ਵੀ ਕੁਐਸਚਨ ਆ ਜਾਂਦਾ, ਸਿੰਪਟਮਸ ਆਫ ਲਿਥੀਅਮ ਟੌਕਸਿਸਿਟੀ। ਸੋ ਇਹਨੂੰ ਮੈਂ ਇੱਥੇ ਡਿਵਾਈਡ ਕਰਤਾ ਹੋਇਆ, ਮਾਈਲਡ ਟੂ ਮੋਡਰੇਟ ਲਿਥੀਅਮ ਟੌਕਸਿਸਿਟੀ ਦੇ ਸਿੰਪਟਮਸ ਤੇ ਸੀਵੀਅਰ ਲਿਥੀਅਮ ਟੌਕਸਿਸਿਟੀ ਦੇ ਵਿੱਚ ਸਿੰਪਟਮਸ ਕੀ ਆ। ਸੋ ਜਨਰਲੀ ਇਹ ਸਿੰਪਟਮਸ ਸਟਾਰਟ ਹੁੰਦੇ ਆ ਵਿਦ ਡਾਇਰੀਆ, ਵੋਮਿਟਿੰਗ, ਥਰਸਟ, stomach pains, then fatigue, tremors, uncontrolled movements, weaknesses, और उस तो बाद फिर जब ज़्यादा ही सीवियर हो जाता then hyperreflexia, seizures, hyperthermia, uncontrollable movements, टैकीकार्डिया हो सकता, हाइपोटेंशन हो सकती है, एंड फाइनली कोमा, डिलीरियम एंड डेथ। सो ये सिम्पटम्स ਨੂੰ याद कर लो, क्वेश्चन ਇਹਨਾਂ ਤੇ ਵੀ फ्रेम ਹੁੰਦੇ ਆ। सो ਨੈਕਸਟ ਹੈਗਾ ਆ
एक होर चीज इंपॉर्टेंट है याद रखने वाली, बहुत बार बाबा फरीद यूनिवर्सिटी ने पूछी हुई है पेपर दे विच। सो एडवाइज द पेशेंट टू टेक एडुकेट फ्लूइड एंड सोडियम ऑन लिथियम थैरेपी। सो जब भी पेशेंट ਨੂੰ ਆਪਾਂ ਲਿਥੀਅਮ ਥੈਰੇਪੀ ਸਟਾਰਟ ਕਰਦੇ ਆ, ਸੋ ਤੁਸੀਂ ਬਾਰ-ਬਾਰ ਉਹਨੂੰ ਐਡਵਾਈਸ ਕਰਦੇ ਆ, ਇੰਸਟਰਕਟ ਕਰਦੇ ਆ ਕਿ ਪਾਣੀ ਜ਼ਿਆਦਾ ਪੀਣਾ ਆ, ਠੀਕ ਹੈ, ਐਡੁਕੇਟ ਫਲੂਇਡ ਹੋਣਾ ਚਾਹੀਦਾ ਆ, ਔਰ ਸੈਕੰਡਲੀ ਸੋਡੀਅਮ ਨੂੰ ਨॉर्मल अमाउंट च लेना है, सोडियम डिक्रीज नहीं होना चाहिए हैगा, ठीक है, नहीं तो की लिथियम टॉक्सिसिटी होने के चांसेस ज्यादा हो जाते हैं। सो नॉर्मल सोडियम इनटेक एंड नॉर्मल फ्लूइड इनटेक, ठीक है, और एडुकेट फ्लूइड इनटेक तुसीं कह सकते हैं होना चाहिए है। सो ये है लिथियम टॉक्सिसिटी के मेन इंपॉर्टेंट पॉइंटर्स। हाँ, एक गल होर कि लिथियम जो आप लैवल चैक करते हैं लास्ट डोज दित्ती नूं जदों 12 आवर्स हो जाते हैं, 12 आवर्स के विच आप लिथियम लैवल चैक करते हैं, ठीक है। और होर इंपॉर्टेंट एक चीज हैगी कि जब भी लिथियम थैरेपी आप स्टार्ट करनी आ, जो मेन इंपॉर्टेंट लैबोरेटरी फाइंडिंग्स होंदियां RFT, ठीक है, आप पेशेंट का क्रिटेनिन लैवल पहला चैक करते हैं, और ड्यूरिंग द थैरेपी भी आप क्रिटेनिन लैवल चैक करते रहने हैं, बिकॉज की होंदा है कि क्रिटेनिन का लैवल इनक्रीज हो जाता है लिथियम थैरेपी के होने दे नाल, ठीक है, चांसेस होंदे आ कि इनक्रीज हो जाए। सो RFT करनी होंदी है, उहदे नाल थायराइड फंक्शन टेस्ट भी आप करते हैं, बट RFT इज मोर इंपॉर्टेंट। सो दैट्स ऑल अबाउट द लिथियम थैरेपी एंड लिथियम टॉक्सिसिटी। सो लास्ट ਦੇ ਵਿੱਚ ਇੱਕ ਕੁਐਸਚਨ ਹੈਗਾ ਆ, ਠੀਕ ਹੈ, ਲਿਥੀਅਮ ਥੈਰੇਪੀ ਨਾਲ ਰਿਲੇਟਡ ਹੀ ਆ। ਇਹ ਕੁਐਸਚਨ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹਦਾ ਆਨਸਰ ਪੋਸਟ ਕਰਨਾ, ਔਰ ਜੋ ਮੇਰੀ ਨੈਕਸਟ ਵੀਡੀਓ ਹੋਊਗੀ, ਠੀਕ ਹੈ, ਸਾਈਕੈਟਰੀ ਦੀ ਹੋਊਗੀ, ਉਹਦੇ ਵਿੱਚ ਮੈਂ ਇਸ ਕੁਐਸਚਨ ਦਾ ਆਨਸਰ ਪਹਿਲਾਂ ਦਊਂਗੀ। ਸੋ ਤੁਸੀਂ ਇੱਕ ਵਾਰ ਇਸ ਕੁਐਸਚਨ ਨੂੰ ਟਰਾਈ ਕਰਕੇ ਆਪਣਾ ਆਨਸਰ ਕਮੈਂਟ ਸੈਕਸ਼ਨ 'ਚ ਜਰੂਰ ਪੋਸਟ ਕਰਿਓ। ਸੋ ਕੁਐਸਚਨ ਹੈਗਾ, ਵਿਚ ਆਫ ਦੀ ਫੋਲੋਇੰਗ ਐਂਟੀ ਹਾਈਪਰਟੈਂਸਿਵ ਡਰੱਗਸ should not used in patient on lithium therapy in order to prevent the lithium toxicity, and options है clonidine, beta blockers, calcium channel blockers और diuretics। so I think ਤੁਹਾਨੂੰ ਥੋੜਾ ਜਿਹਾ ਗੈਸ ਹੋ ਗਿਆ ਹੋਣਾ ਕਿ ਇਹਦਾ ਆਨਸਰ ਕੀ ਹੋ ਸਕਦਾ ਹੈ। ਪਹਿਲਾਂ ਆਪਾਂ ਡਿਸਕਸ ਕਰ ਲਿਆ ਕਨਸੈਪਟ ਸਾਰਾ। ਸੋ ਜੋ ਇਹਦਾ ਆਨਸਰ ਹੈਗਾ ਹੈ ਹੁਣ ਤੁਸੀਂ ਫਟਾਫਟ ਕਮੈਂਟ ਸੈਕਸ਼ਨ ਦੇ ਵਿੱਚ ਪੋਸਟ ਕਰੋ, ਠੀਕ ਹੈ। ਸੋ ਨੈਕਸਟ ਵੀਡੀਓ ਦੇ ਵਿੱਚ ਮੈਂ ਆਨਸਰ ਦੱਸੂਗੀ ਇਹਦਾ ਪਹਿਲਾਂ। ਸੋ ਦੈਟਸ ਆਲ ਅਬਾਊਟ ਦਾ ਟੂਡੇਜ਼ ਵੀਡੀਓ, ਠੀਕ ਹੈ। ਕੁਝ ਬਹੁਤ ਹੀ ਇੰਪੋਰਟੈਂਟ ਕਨਸੈਪਟ ਸੀਗੇ ਜਿਹੜੇ ਆਪਾਂ ਅੱਜ ਡਿਸਕਸ ਕੀਤੇ, ਤੇ ਕੁਝ ਇੱਕ ਕੁਐਸਚਨਸ ਵੀ ਦੇਖੇ ਜੋ ਪਹਿਲਾਂ ਸਟਾਫ ਨਰਸ ਐਗਜ਼ਾਮ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਨੇ ਪੁੱਛੇ ਹੋਏ ਆ। ਸੋ आई होप कि तुहानूं बहुत सारिया चीज़ां क्लीयर हुई होणगियां। सो कुछ इंपॉर्टेंट टर्मिनोलॉजीज आ, कुछ इंपॉर्टेंट पॉइंटर्स आ जो एग्जाम जाने तो पहला पता होने चाहिए। सो आई विल डिस्कस द ऑल दोज पॉइंटर्स इन माई नैक्सट वीडियो। सो वीडियो वधिया लगी आ तो इन्हां नूं लाइक शेयर एंड कमेंट जरूर करियो, ठीक है। सो मिलते अपनी किसी नैक्सट वीडियो दे विच, ठीक है। सो थैंक यू सो मच फॉर वॉचिंग।